तेग बहादुर सिम कर नौनी दे आवे ताए सब थाई होए सहाय सब थाई होए सहाय ते फिर अगे पौड़ी किवें कहनी आ लख निगारे वजन आमो सामने राख शरणो न भजन रोहे रोहले सिंह वांगू गजन सब सुर में तन तन कैबर छटन दुर्गा आए के पौड़ी झोट पाई खर्चा में दला मुकाबला केर लई वरे आमी दुर्गा आए के राक्ष वडे अलामी भज ना जान दे अंत होए सुरगामी मारे देवता ते इसी तरह ही दसम ग्रंथ विच रछावल शब्द जिहड़ा वा वो दर्ज है ओदियां थोड़ियां जिहां शब्द दियां पहलियां लाइनां ने तुहाडे सामने रखांगी। जबे बाण लाग्यो तबे रोस जाग्यो जबे बाण लाग्यो तबे रोस जाग्यो कर लै कमान हणंग बाण ताणं हणंग बाण ताणं जबे जान लाग्यो तबे रोस जाग्यो। ते इस तरह ही शस्त्रनामा है इन्हीं की कृपा के सजे हम हैं नाही मोसो गरीब करो रे पर इन्हीं की कृपा चित की ताव चरणन मन रहे हमारा अपना जानो करो प्रीत पारा हमारी करो हाथ दे रशा हमारी करो हाथ दे रशा। बहुत बहुत धन्यवाद। वाहिगुरू जी का खालसा वाहिगुरू। बहुत धन्यवाद मैडम जसबीर कौर। सोना दे इस सारे पेपर नूं मैं दो शब्दां दो लाइनां विच बन्नण दी कोशिश करांगी। कायल तां करदा हां दिल मैं रबाब नाल कायल तां करदा हां दिल मैं रबाब नाल ये जो तेग है वो रबाब दी राखी लई है।
ਸੋ ਜਿਨ੍ਹਾਂ ਦੇ ਉਦਮ ਸਦਕਾ ਇਹ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ, ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਸਾਡੇ ਦਰਮਿਆਨ ਪੁੱਜ ਚੁੱਕੇ ਨੇ। ਮੈਂ ਬੇਨਤੀ ਕਰਾਂਗੀ ਮੈਡਮ ਛਿੰਦਰਪਾਲ ਜੀ ਨੂੰ ਕਿ ਉਹ ਆ ਕੇ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਨੂੰ ਫੁੱਲਾਂ ਨਾਲ ਜੀ ਆਇਆਂ ਆਖਣ। ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਜਿਨ੍ਹਾਂ ਦੇ ਸਦਕਾ ਇੱਕ ਰਾਸ਼ਟਰੀ ਸੈਮੀਨਾਰ ਔਰ ਕਵੀ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੈਡਮ ਛਿੰਦਰਪਾਲ ਕੌਰ। बहुत बहुत धन्यवाद। बीबा हरसरन कौर खालसा ਜਿਹੜੇ ਕਿ ABP ਸਾਂਝਾ ਚੈਨਲ ਦੇ ਲਈ ਕਾਰਜ ਕਰ ਰਹੇ ਨੇ, ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਉਹ ਸਿੱਖ ਇਤਿਹਾਸ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ 5 ਮਿੰਟ ਆਪਣੇ ਵਿਚਾਰ ਸਾਡੇ ਸਾਰਿਆਂ ਨਾਲ ਸਾਂਝੇ ਕਰਨ। ਬੀਬਾ ਹਰਸਰਨ ਕੌਰ ਖਾਲਸਾ ਜੀ। ਸ਼ਹੀਦਾਂ ਦੀ ਬਸਤੀ ਨਾ ਮਿਲਦੀ ਸਸਤੀ, ਜੇ ਮਿਲਦੀ ਸਸਤੀ ਤਾਂ ਮਿਟਾ ਕੇ ਹਸਤੀ। ਹਸਤੀ ਨੂੰ ਮਿਲਦਾ ਏ ਰੁਤਬਾ ਨਿਰਾਲਾ, ਰੁਤਬੇ ਨੂੰ ਮਿਲਦੀ ਏ ਗੈਰਤ ਦੀ ਮਾਲਾ। ਮਾਲਾ ਦੇ ਮਣਕੇ ਨਾ ਵਿਕਦੇ ਬਾਜ਼ਾਰੀ, ਜੇ ਵਿਕਦੇ ਬਾਜ਼ਾਰੀ ਤਾਂ ਖਰੀਦੇ ਵਿਰਲਾ ਵਪਾਰੀ। ਪੋਹ ਦਾ ਮਹੀਨਾ ਏ ਸ਼ਹਾਦਤਾਂ ਦਾ ਮਹੀਨਾ। ਸਭ ਤੋਂ ਪਹਿਲਾਂ ਉਹਨਾਂ ਸ਼ਹਾਦਤਾਂ ਨੂੰ ਸਜਦਾ ਕਰਦੇ ਹਾਂ ਜੋ ਦੁਨੀਆ ਭਰ ਦੇ ਇਤਿਹਾਸ ਵਿੱਚ ਸਭ ਤੋਂ ਉੱਪਰ ਨੇ। ਸ਼ਹਾਦਤਾਂ ਦੇ ਮਣਕੇ ਦਾ ਸ਼ਹਾਦਤਾਂ ਦੀ ਮਾਲਾ ਦਾ ਸਭ ਤੋਂ ਕੀਮਤੀ ਮਣਕਾ ਕਹਿ ਸਕਦੇ ਹਾਂ ਧੰਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਅਨੇਕਾਂ ਸਿੰਘ ਸਿੰਘਣੀਆਂ ਦੀ ਸ਼ਹਾਦਤ। ਸੋ ਹਾਜ਼ਰੀਨ, ਸਮੂਹ ਸ਼ਖਸੀਅਤਾਂ ਅਤੇ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਸਾਰਿਆਂ ਨੂੰ ਸਾਂਝੀ ਫਤਿਹ ਬੁਲਾਉਂਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਦੇ ਕਰਕੇ ਅਸੀਂ ਹਾਂ। ਇਹਨਾਂ ਮੈਨੂੰ ਬੋਲਣਾ ਨਹੀਂ ਆਉਂਦਾ ਕਿਉਂਕਿ ਮੇਰੇ ਤੋਂ ਸਾਰੇ ਵੱਡੇ ਬੈਠੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਖਸੀਅਤ ਬਾਰੇ ਬੋਲਣ ਲਈ ਕਹਿੰਦੇ ਆਕਾਸ਼ ਵਰਗਾ ਹਿਰਦਾ ਚਾਹੀਦਾ ਹੈ, ਔਰ ਆਕਾਸ਼ ਵਰਗਾ ਹਿਰਦਾ ਸਾਡੇ ਬੱਚਿਆਂ ਦਾ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਰੇ ਸਿੱਖ ਰਾਜ ਦੇ ਪਹਿਲੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ, ਕਰਨਲ ਨਰਿੰਦਰਪਾਲ ਸਿੰਘ ਨੇ ਕਿਤਾਬ ਵਿੱਚ ਲਿਖਿਆ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਾਰੇ ਕੋਈ ਗੱਲ ਹੁੰਦੀ ਸੀ ਤਾਂ ਉਹਨਾਂ ਦਾ ਗੱਚ ਭਰਿਆ ਆਉਂਦਾ ਸੀ, ਉਹ ਗੱਲ ਨਹੀਂ ਸੀ ਕਰ ਸਕਦੇ ਕਿਉਂਕਿ ਉਹ ਕਹਿੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਰੇ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ, ਬੋਲਿਆ ਨਹੀਂ ਜਾ ਸਕਦਾ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਖਸੀਅਤ ਨੂੰ ਸਮਝਣ ਦੇ ਲਈ ਸਾਨੂੰ ਜਾਤੀਵਾਦ ਤੋਂ ਪਰੇ, ਇਲਾਕਾਵਾਦ ਤੋਂ ਪਰੇ ਔਰ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਜੇ ਸੋਚਾਂਗੇ ਤਾਂ ਉਹਨਾਂ ਦੀ ਸ਼ਖਸੀਅਤ ਸਮਝ ਦੇ ਵਿੱਚ ਆਊਗੀ। ਬਹੁਤ ਸਾਰੇ ਜੋ ਵਿਦਵਾਨ ਨੇ ਬੋਲ ਕੇ ਗਏ ਨੇ, ਪ੍ਰੋਫੈਸਰ ਸਾਹਿਬਾਨ, ਡਾਕਟਰ ਸਾਹਿਬਾਨ। ਮੇਰੀ ਕੋਈ ਹੈਸੀਅਤ ਨਹੀਂ, ਬਸ ਇੱਕ ਛੋਟੀ ਜੀ ਭਾਵਨਾ ਹੈ ਕਿ ਅੱਜ ਅਸੀਂ ਬਹੁਤ ਰੌਲਾ ਪਾਇਆ ਹੋਇਆ ਹੈ ਸੈਕੂਲਰਿਜ਼ਮ ਦਾ। ਅਸੀਂ ਸੈਕੂਲਰ ਹਾਂ, ਧਰਮ ਨਿਰਪੱਖ ਹਾਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਵੱਡਾ ਕੋਈ ਸੈਕੂਲਰਿਸਟ ਹੋ ਹੀ ਨਹੀਂ ਸਕਦਾ ਮੇਰੀ ਆਪਣੀ ਸੋਚ ਦੇ ਮੁਤਾਬਿਕ, ਕਿਉਂਕਿ ਅਸੀਂ ਧਰਮ ਨਿਰਪੱਖਤਾ ਦੀ ਇੱਕ ਐਗਜ਼ਾਮਪਲ ਹੈ, ਜਿਹੜੀ ਇੱਕ ਪਰਿਭਾਸ਼ਾ ਹੈ, ਉਹਨੂੰ ਅਸੀਂ ਬਦਲ ਕੇ ਰੱਖ ਦਿੱਤਾ ਹੈ ਕਿ ਧਰਮ ਨਿਰਪੱਖ ਹੋਣਾ ਕਿਸੇ ਵੀ ਧਰਮ ਨੂੰ ਨਾ ਮੰਨਣਾ ਜਾਂ ਸਾਰੇ ਧਰਮਾਂ ਨੂੰ ਮੰਨਣਾ। ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੱਸਦੇ ਨੇ ਕਿ ਧਰਮ ਨਿਰਪੱਖਤਾ ਕੀ ਹੈ। ਆਪਣੇ ਅਕੀਦੇ ਵਿੱਚ ਕਾਇਮ ਰਹਿੰਦੇ ਹੋਏ ਔਰ ਇੱਕ ਸ਼ਹਿਨशाह ਦੇ ਵੱਲੋਂ ਆਪਣੇ ਅਕੀਦੇ ਵਿੱਚ ਕਾਇਮ ਰਹਿੰਦੇ ਹੋਏ, ਉਹਦੇ ਵਿੱਚ 100% ਵਿਸ਼ਵਾਸ ਰੱਖਦੇ ਹੋਏ, ਪੱਥਰਾਂ ਵਰਗਾ ਵਿਸ਼ਵਾਸ, ਪਹਾੜਾਂ ਵਰਗਾ ਵਿਸ਼ਵਾਸ ਰੱਖਦੇ ਹੋਏ ਬਾਕੀ ਸਾਰੇ ਧਰਮਾਂ ਲਈ ਵੀ ਨਿਆਂ ਕਰਕੇ ਚੱਲਣਾ, ਇਹਨੂੰ ਕਹਿੰਦੇ ਨੇ ਸੈਕੂਲਰਿਜ਼ਮ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਪਹਿਲੀ ਉਦਾਹਰਨ ਮਿਲਦੀ ਹੈ ਜਦੋਂ ਉਹਨਾਂ ਨੇ ਆਪਣੇ ਪਿਤਾ ਜੀ 9ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੋਰਿਆ ਦਿੱਲੀ ਵਿਖੇ ਕਿਸੇ ਹੋਰ ਧਰਮ ਲਈ ਸ਼ਹਾਦਤ ਦੇਣ ਦੇ ਲਈ। ਜਦੋਂ ਮੁਗਲ ਬਾਦਸ਼ਾਹ ਨੇ ਸ਼ਰਤ ਰੱਖੀ ਸੀ ਤਾਂ ਉਸ ਸ਼ਰਤ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੂਰਾ ਕੀਤਾ, 9ਵੇਂ ਪਾਤਸ਼ਾਹ ਨੂੰ ਸ਼ਹਾਦਤ ਲਈ ਤੋਰ ਕੇ। ਇਸ ਤੋਂ ਵੱਡਾ ਸੈਕੂਲਰਿਸਟ ਕੋਈ ਨਹੀਂ ਹੋ ਸਕਦਾ। ਔਰ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਇਤਿਹਾਸ ਦੀਆਂ ਛੋਟੀਆਂ-ਛੋਟੀਆਂ ਜੋ ਘਟਨਾਵਾਂ ਨੇ ਉਹਨਾਂ ਨੂੰ ਅਸੀਂ ਦੇਖ ਲਈਏ, ਸੁਣ ਲਈਏ। ਪੀਰ ਭੀਖਨ ਸ਼ਾਹ, ਪੀਰ ਬੁੱਧੂ ਸ਼ਾਹ, ਗਨੀ ਖਾਨ, ਨਬੀ ਖਾਨ, ਰਹੀਮ ਬਖਸ਼, ਕਰੀਮ ਬਖਸ਼, ਇਹ ਸਾਰੇ ਉਹ ਨਾਂ ਨੇ ਜਿਹੜੇ ਗੈਰ ਸਿੱਖ ਸਨ। ਉਹਨਾਂ ਦਾ ਗੁਰੂ ਸਾਹਿਬ ਲਈ ਇੰਨਾ ਜ਼ਿਆਦਾ ਪਿਆਰ। ਪਟਨਾ ਸਾਹਿਬ ਵਿਖੇ ਰਾਣੀ ਬਿਸ਼ੰਬਰਾ, ਰਾਜਾ ਫਤਿਹ ਚੰਦ,
ਉਹ ਆਪਣੀ ਜਾਨ ਵਾਰਦੇ ਸੀ ਗੁਰੂ ਸਾਹਿਬ ਕੋਲੋਂ। ਗਨੀ ਖਾਨ ਨਬੀ ਖਾਨ ਨੇ ਕਿਸ ਤਰ੍ਹਾਂ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਲੰਘਾਇਆ ਸੀ ਉਸ ਰਸਤੇ ਦੇ ਵਿੱਚੋਂ ਔਖੇ ਵੇਲੇ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਤੋਂ ਅਸੀਂ ਸਿੱਖੀਏ, ਸਿਰਫ ਬੋਲਣਾ, ਉਹਨਾਂ ਦੀ ਸ਼ਖਸੀਅਤ ਨੂੰ ਬਿਆਨ ਕਰਨਾ ਹੀ ਕਾਫੀ ਨਹੀਂ ਹੈ। ਅਸੀਂ ਉਹਨਾਂ ਦੇ ਜੋ ਇੱਕ ਚੀਜ਼ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਤਾਂ ਸਾਡਾ ਜੀਵਨ ਸਫਲ ਹੋ ਸਕਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੀ ਐਸੇ ਪਿਤਾ ਸਨ ਜਿਨ੍ਹਾਂ ਨੇ ਚਮਕੌਰ ਦੀ ਜੰਗ ਦੇ ਵਿੱਚ, ਉੱਥੋਂ ਵੀ ਸਾਨੂੰ ਲੱਗਦਾ ਹੈ ਕਿ ਕਿੰਨੀ ਵੱਡੀ ਸਮਾਨਤਾ ਸੀ ਉਹਨਾਂ ਦੇ ਮਨ ਦੇ ਵਿੱਚ ਪੂਰੀ ਸ੍ਰਿਸ਼ਟੀ ਦੇ ਲਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਸ਼ਹੀਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸ਼ਹੀਦ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸ਼ਹੀਦ ਪਏ ਨੇ, ਗੁਰੂ ਗੋਬਿੰਦ ਸਿੰਘ ਜੀ ਕੋਲੋਂ ਲੰਘ ਕੇ ਜਾਣ ਲੱਗੇ ਨੇ, ਤਾਂ ਗੁਰੂ ਸਾਹਿਬ ਨੇ ਉਹਨਾਂ ਤੇ ਕਫਨ ਨਹੀਂ ਸੀ ਪਾਉਣ ਦਿੱਤਾ। ਆਪਣੇ ਜਿਗਰ ਦੇ ਟੋਟੇ ਹੋਣ, ਸਾਹਮਣੇ ਸ਼ਹੀਦ ਹੋਏ ਹੋਣ, ਇੰਨਾ ਵੱਡਾ ਜਿਗਰਾ ਸ਼ਾਇਦ ਕੋਈ ਨਹੀਂ ਕਰ ਸਕਦਾ। ਅੱਜ ਅਸੀਂ ਵੀ ਪ੍ਰੈਕਟੀਕਲ ਰੂਪ ਦੇ ਵਿੱਚ ਦੇਖ ਲਈਏ। ਮੈਂ ਆਪਣੇ ਪਿਤਾ ਜੀ ਤੋਂ ਇੱਕ ਵਾਰ ਪੁੱਛਿਆ ਸੀ ਕਿ ਅਗਰ ਅੱਜ ਉਹ ਵੇਲਾ ਆ ਜਾਵੇ, ਤੁਹਾਡਾ ਇੱਕ ਪੁੱਤਰ ਹੈ, ਤੁਸੀਂ ਉਹਨੂੰ ਸ਼ਹਾਦਤ ਦੇ ਲਈ ਤੋਰ ਦੋਗੇ? ਮੇਰੇ ਡੈਡੀ ਇਮੋਸ਼ਨਲ ਹੋ ਗਏ ਸੀ, ਕਹਿੰਦੇ ਉਹ ਸਿਰਫ ਤੇ ਸਿਰਫ ਗੁਰੂ ਗੋਬਿੰਦ ਸਿੰਘ ਪਿਤਾ ਹੀ ਕਰ ਸਕਦਾ ਸੀ, ਅਸੀਂ ਨਹੀਂ ਕਰ ਸਕਦੇ। ਇਹ ਮਹਿਸੂਸ ਕਰਾਉਣ ਦੀ ਲੋੜ ਹੈ। ਮਹਿਸੂਸ ਅਸੀਂ ਤਾਂ ਹੀ ਕਰਾ ਸਕਦੇ ਹਾਂ ਜਿਨ੍ਹਾਂ ਦੇ ਬੱਚੇ ਨੇ ਉਹ ਆਪਣੇ ਬੱਚਿਆਂ ਨੂੰ ਪੁੱਛਣ ਕਿ ਅਗਰ ਅੱਜ ਤੁਹਾਡੇ ਤੇ ਉਹ ਵੇਲਾ ਆ ਜਾਵੇ ਤਾਂ ਮੇਰੇ ਬੱਚਿਓ, ਕੀ ਤੁਸੀਂ ਨੀਹਾਂ ਦੇ ਵਿੱਚ ਜਾ ਕੇ ਖੜੇ ਹੋ ਸਕਦੇ ਹੋ? ਤੁਹਾਡਾ ਇੰਨਾ ਦ੍ਰਿੜ ਇਰਾਦਾ ਹੋ ਸਕਦਾ ਹੈ? ਇਹ ਪੁੱਛਣ ਦੇ ਨਾਲ ਹੀ ਭਾਵਨਾ ਆਉਂਦੀ ਹੈ। ਸਿਰਫ ਅਸੀਂ ਕਹਾਣੀਆਂ ਜਾਂ ਇਤਿਹਾਸ ਦੱਸਾਂਗੇ, ਉਹ ਭਾਵਨਾ ਨਹੀਂ ਜਾਗਦੀ ਜਿੰਨਾ ਚਿਰ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਨਹੀਂ ਪੁੱਛਾਂਗੇ। ਤੇ ਫਿਰ ਉਹ ਸ਼ਖਸੀਅਤ ਗੁਰੂ ਸਾਹਿਬ ਦੀ ਸਮਝ ਦੇ ਵਿੱਚ ਆਉਂਦੀ ਹੈ। ਸੋ ਜ਼ਿਆਦਾ ਨਹੀਂ ਮੈਨੂੰ ਬੋਲਣਾ ਆਉਂਦਾ ਤੇ ਨਾ ਹੀ ਸ਼ਾਇਦ ਬੋਲ ਸਕਦੀ ਹਾਂ, ਕਿਉਂਕਿ ਸਾਰੀਆਂ ਵੱਡੀਆਂ ਸ਼ਖਸੀਅਤਾਂ ਹਾਜ਼ਰ ਨੇ। ਬਸ ਇੰਨਾ ਹੀ, ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਸਮਾਗਮ ਨੇ ਜਿਹੜੇ ਉਹ ਬਹੁਤ ਹੀ ਵੱਡੇ ਪੱਧਰ ਤੇ ਮਨਾਏ ਜਾ ਰਹੇ ਨੇ। ਔਰ ਇੱਥੇ ਇੱਕ ਗੱਲ ਮਨ ਦੇ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਰਾਸ਼ਟਰਵਾਦ ਦੀਆਂ ਕੰਧਾਂ ਦੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰਾਸ਼ਟਰਵਾਦ ਤੋਂ ਉੱਪਰ ਸਨ। ਉਦੋਂ ਰਾਸ਼ਟਰ ਮੁਗਲਾਂ ਦਾ ਸੀਗਾ, ਅੱਜ ਰਾਸ਼ਟਰ ਕਿਸੇ ਹੋਰ ਦੇ ਹਵਾਲੇ ਹੈ, ਕੱਲ ਰਾਸ਼ਟਰ ਕਿਸੇ ਹੋਰ ਦੇ ਹਵਾਲੇ ਹੋਏਗਾ। ਔਰ ਉਦੋਂ ਜੇ ਕਸ਼ਮੀਰੀ ਪੰਡਤਾਂ ਦੀ ਜਗ੍ਹਾ ਉਸ ਵੇਲੇ ਮੁਸਲਮਾਨ ਵੀ ਆਉਂਦੇ ਜਾਂ ਕੋਈ ਵੀ ਧਰਮ ਦਾ ਫਰਿਆਦ ਲੈ ਕੇ ਆਉਂਦਾ ਤਾਂ ਗੁਰੂ ਸਾਹਿਬ ਉਹਨਾਂ ਦੇ ਧਰਮ ਨੂੰ ਬਚਾਉਣ ਦੀ ਖਾਤਰ ਵੀ ਆਪਣੇ ਪਿਤਾ ਜੀ ਨੂੰ ਸ਼ਹਾਦਤ ਲਈ ਤੋਰਦੇ। ਸੋ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਅਸਲ ਅਰਥਾਂ ਦੇ ਵਿੱਚ ਸਮਝੀਏ, ਉਹਨਾਂ ਦੀ ਸ਼ਖਸੀਅਤ ਦਾ ਗੁਣਗਾਨ ਵੀ ਕਰੀਏ, ਪਰ ਨਾਲ ਹੀ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨ ਦਾ ਜਿਗਰਾ ਵੀ ਰੱਖੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਆ ਗਿਆ। ਔਰ ਖਾਸ ਤੌਰ ਤੇ ਧੰਨਵਾਦ ਸਭ ਦਾ, ਪ੍ਰਬੰਧਕਾਂ ਦਾ, ਇਹ ਰਾਸ਼ਟਰੀ ਸੈਮੀਨਾਰ ਤੇ ਕਵੀ ਦਰਬਾਰ ਜਿਹੜਾ ਕਰਵਾਇਆ ਗਿਆ ਔਰ ਮੈਨੂੰ ਬੱਚੀ ਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ। ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਵੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਭੁੱਲਾਂ ਚੁੱਕਾਂ ਦੀ ਖਿਮਾ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਧਰ ਹੀ ਆ ਜਾਓ ਸਰ। ਬਹੁਤ ਬਹੁਤ ਧੰਨਵਾਦ ਬੀਬਾ ਹਰਸਰਨ ਕੌਰ ਖਾਲਸਾ ਜੀ ਦਾ। ਸੋ ਇਹਨਾਂ ਨੇ ਸਨਮਾਨ ਤੇ ਕਰਨਾ। ਹਾਂਜੀ ਜਿਹੜੇ ਉਹ ਨਹੀਂ ਉਹ ਰਾਜਪਾਲ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਅੱਗੇ ਮੇਰੀ ਬੜੀ ਅਦਬ ਨਾਲ ਗੁਜ਼ਾਰਿਸ਼ ਕਿ ਬੀਬਾ ਹਰਸਰਨ ਕੌਰ ਜੀ ਨੂੰ ਇੱਕ ਮੋਮੈਂਟੋ ਔਰ ਫੁਲਕਾਰੀ ਦੇ ਕੇ ਕਿ ਸਾਡੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਜੇ ਇਸ ਪਾਸੇ ਲੱਗੀ ਹੋਈ ਹੈ ਤੇ ਇਸ ਕੌਮ ਨੂੰ ਕੋਈ ਖਤਰਾ ਨਹੀਂ ਹੋ ਸਕਦਾ। ਕਹਿੰਦੇ ਨੇ ਸੀਸ ਅਰਪਣ ਕਰਨ ਦਾ ਅਜੇ ਵੀ ਵੇਲਾ ਹੈ, ਤੂੰ ਆਪਣੇ ਧੜ ਤੇ ਸੀਸ ਤਾਂ ਪੈਦਾ ਕਰ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਬਾਬਾ ਸੰਤ ਪ੍ਰਿਤਪਾਲ ਸਿੰਘ ਜੀ, ਬੀਬਾ ਖਾਲਸਾ ਜੀ। ਸੋ ਮੇਰੀ ਅਗਲੀ ਗੁਜ਼ਾਰਿਸ਼ ਪ੍ਰੋਫੈਸਰ ਮੁਹੰਮਦ ਹਬੀਬ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਇੱਕ ਬਹੁਤ ਹੀ ਉੱਘੇ ਵਿਦਵਾਨ, ਇਸਲਾਮ ਨਾਲ ਜੁੜੇ ਹੋਏ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੀਆਂ ਰਚਨਾਵਾਂ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਸਾਡੇ ਸਾਹਮਣੇ ਰੱਖਣਗੇ, ਪ੍ਰੋਫੈਸਰ ਮੁਹੰਮਦ ਹਬੀਬ ਜੀ। चलिए बहुत बहुत शुक्रिया मैडम।
शुरू करता हूँ रब के नाम से जो अत्यंत दयावान और कृपाशील है। सत्कार योग संत बाबा प्रितपाल जी, दीपा चरण कमल कौर, प्रोफेसर एस.एस. गिल जी, सतपाल जैन जी, मैडम जसपाल कौर, डॉक्टर वर्मा जी और बहुत सारे विद्वान जो मंच पे बैठे हुए हैं, दूरों नेड़ों आए हुए हाज़रीन मजलिस, प्यारे विद्यार्थियों, मैं अपने आप को बहुत खुशकिस्मत समझता हूँ कि गुरु गोविंद सिंह जी के इस 350 साला उत्सव पर आप लोगों के दरमियान में ये मेरे लिए ज़िंदगी का बहुत कीमती लम्हा है कि मैं आपके दरमियान में हाजिर हुआ। इसके लिए मैं प्रबंधकों का तहे दिलों शुक्रगुजार हूँ, ख़ास तौर से बाबा जी का, मैडम जसपाल कौर का, मैडम जसबीर कौर यहाँ बैठे हुए मुझे घर से लेके आए। आप सब का तहे दिलों शुक्रगुजार हूँ कि आप सब ने मुझे इस लायक समझा कि मैं आपके दरमियान में आ सकूँ। हालांकि मैं अपने आप को इस लायक नहीं समझता कि इस तरह के पवित्र मौके पे मैं अपनी कुछ बातें आपके सामने शेयर कर सकूं, लेकिन ये मैं समझता हूं कि गुरु की दुआओं का, गुरु की कृपा मेरे ऊपर भी हुई कि मैं आपके दरमियान में हाजिर हुआ। सबसे पहले मैं पूरे पंथ को, बल्कि पूरी इंसानियत को गुरु जी के इस 350 साल की मुबारकबाद पेश करता हूँ। आप सबको और हम सबको ये बहुत बहुत मुबारक हो। ये बहुत ही कीमती दहाड़ा है और हम सबको इस वक्त जो सबसे बड़ी प्रेरणा लेने की ज़रूरत है वो ये है कि हम गुरु जी की शख्सियत से कुछ ऐसा सबक सीखें कि हम अपनी ज़िंदगी में कुछ ऐसा इनकलाब पैदा कर सकें कि उनके आदर्शों का और उनकी शिक्षाओं का कुछ हमारी ज़िंदगी में भी कुछ नूर पैदा हो जाए। ये सबसे बड़ी श्रद्धांजलि होगी गुरु गोविंद सिंह जी को कि हम अपनी ज़िंदगी को उनकी बातों से रोशनास कर सकें। असल में जो मैं समझता हूँ, मैं एक विद्यार्थी के तौर पर मैं जो समझता हूँ, गुरु गोविंद सिंह जी सिर्फ 17वीं सदी की एक कोई शख्सियत नहीं थी जो पैदा हो गई और जिसने कुछ किया, बल्कि उसके पीछे हजारों साल का वो इतिहास जुड़ा हुआ है जो गुरु नानक देव जी से शुरू हुआ। किसी शायर ने कहा है कि हजारों साल नरगिश अपनी बेनूरी पे रोती है, हजारों साल नरगिश अपनी बेनूरी पे रोती है, बड़ी मुश्किल से होता है चमन में दीदावर पैदा। गुरु गोविंद सिंह जी एक दिन में पैदा नहीं हो गए थे, बल्कि उसकी पैदाइश वहाँ से शुरू हो गई थी जब गुरु नानक देव जी ने सबसे पहले बोल उचारे थे, एक रब की आवाज़ लगाई थी और एक रब की तरफ लोगों को बुलाया था और कुछ खास नैतिक मूल्यों की तरफ पूरे हिंदुस्तान को, पूरी इंसानियत को जगाया था। गुरु गोविंद सिंह जी वहाँ से पैदा होने शुरू हो गए थे। इस शख्सियत के पीछे वो सब राय बुलार की अकीदतें जुड़ी हुई थी। इस शख्सियत के पीछे दूसरे गुरुओं के आशीर्वाद जुड़ा हुआ था। इस शख्सियत के पीछे मियाँ मीर की रूहानियत जुड़ी हुई थी। ये शख्सियत एक दिन में पैदा नहीं हो गई, बल्कि उस सब का जो पूरी तहरीक जो बाबा नानक से शुरू हुई, उस आगे उसका एक पूरा संपूर्ण एक कंक्लूजन था, उसका एक शाहकार था गुरु गोविंद सिंह जी। तभी वो इस लायक हो पाए कि अपनी उम्र के कुछ ही सालों में, उम्र के 40-42 सालों में वो इतना बड़ा कारनामा करके गए कि एक नई कौम पैदा की, एक नया जहान पैदा किया, बल्कि एक नया जिंदगी जीने का एक नया नजरिया दुनिया को दिया। इस तरह के ये शख्सियत एक दिन में पैदा नहीं होगी। गुरु गोविंद सिंह जी के बारे में मेरे ख्याल में जो आप जानते हैं वो मैं नहीं जान सकता, जो आप समझते हैं वो मैं नहीं समझ सकता, लेकिन मैं उनकी शख्सियत से इतना मुतासिर हुआ कि मैं कहता हूँ इतनी बड़ी शख्सियत जिसके अंदर इतने गुण थे और इतने बड़े कारनामे उन्होंने दिखाए, जो कलम का हुनर भी दिखाया, तलवार का हुनर भी दिखाया और लोगों को जीने का नया अंदाज दिया। वो कभी लोग उनको अपने लिए खुदा मानते थे, लोग उनके सामने मत्था टेक देते थे। इसके बावजूद वो इतने महान थे, वो ये कहते थे कि जो मुझे रब समझेगा वो जहन्नुम में पड़ेगा।
मैं उनकी शख्सियत के लिए सलाम करता हूँ कि उसने फिर इंसान को अपने से ना जोड़ते बल्कि रब के साथ जोड़ा और ये सबक दिया। इसलिए मैं कहता हूँ कि तौहीद को जिंदा करने में जो सिख तहरीक का हाथ है हिंदुस्तान की सरजमीन में, वो किसी का हाथ नहीं। इसीलिए इकबाल ने कहा था, इकबाल ने ऐसे ही नहीं कहा था कि फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। ये ऐसे शख्सियतें थी सारे गुरु साहिबान कि जिनको हम जितना सलाम करें उतना कम है। मैं यहाँ पे मेरा जो मैं अपने, चूँकि आप लोग सब जानते हैं सिख धर्म के ताल्लुक से, उसके ऊपर मैं अगर कुछ बोलूँ मुझे लगता है कि वो तो सूरज को चिराग दिखाने की तरह है। मैं एक जो खास तौर से एक प्रकरण जुड़ा हुआ है सिख मुस्लिम इंटरफेस का, ये मेरा एक दिलचस्प मेरे लिए मौजू रहा। और सबसे पहले मुझे जो इंट्रोडक्शन हुआ सिखिज्म का वो 98 में हुआ। 98 में मैं जब PhD करता था, कुछ इस तरह के डॉक्यूमेंट थे जिनके लिए पंजाबी सीखना जरूरी था। मेरे गाइड ने मुझसे कहा कि पंजाबी कोई ओखी जबान नहीं है, ये शौकी है। मैं दिल्ली में पढ़ता था।